ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਬਾਬਾ ਸ਼੍ਰੀ ਚੰਦ ਜੀ ਨਾਲ ਸੰਬੰਧਿਤ ਇੱਕ ਹੋਰ ਸਾਖੀ ਦੱਸਣ ਜਾ ਰਹੇ ਹਾਂ। ਇਸ ਸਾਖੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਸੰਗਤਾਂ ਨੂੰ ਕਥਾ ਸੁਣਾਉਂਦੇ ਹੋਏ ਕਿਹਾ ਕਿ ਕਿਵੇਂ ਸੱਚੀ ਪ੍ਰਾਰਥਨਾ ਪ੍ਰਭੂ ਪ੍ਰਵਾਨ ਕਰਦੇ ਹਨ ਅਤੇ ਹਰ ਸੰਕਟ ਤੋਂ ਆਪਣੇ ਭਗਤ ਦੀ ਰੱਖਿਆ ਕਰਦੇ ਹਨ। ਬਾਬਾ ਸ਼੍ਰੀ ਚੰਦ ਜੀ ਭਗਤੀ ਵਿੱਚ ਲੀਨ ਸਨ। ਭਾਈ ਕਮਲੀਆ ਜੀ ਖੜੇ ਹੋਏ ਅਤੇ ਸਾਧ ਸੰਗਤ ਵੱਲ ਉਹਨਾਂ ਨੇ ਦੇਖਿਆ ਅਤੇ ਉਹ ਸੰਗਤਾਂ ਨੂੰ ਕਹਿਣ ਲੱਗੇ ਕਿ ਭਗਤ ਜਨੋ, ਭਗਵਾਨ ਆਪਣੇ ਭਗਤ ਦੀ ਰੱਖਿਆ ਆਪ ਕਰਨ ਆਉਂਦੇ ਹਨ, ਆਪਣੇ ਭਗਤ ਦੀ ਲੱਜਾ ਰੱਖਦੇ ਹਨ। ਅਗਰ ਕੋਈ ਵੀ ਸੰਕਟ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਭਗਵਾਨ ਉਹ ਆਪਣੇ ਭਗਤ ਦੀ ਰੱਖਿਆ ਕਰਦੇ ਹਨ। ਭਾਈ ਕਮਲੀਆ ਜੀ ਬੋਲੇ ਕਿ ਹੁਣ ਤੁਸੀਂ ਬਾਬਾ ਸ਼੍ਰੀ ਚੰਦ ਜੀ ਦੇ ਸੁੰਦਰ ਮੁਖ ਤੋਂ ਕਥਾ ਸੁਣੋਗੇ ਅਤੇ ਆਪਣਾ ਜੀਵਨ ਸਫਲ ਕਰੋਗੇ। ਭਾਈ ਕਮਲੀਆ ਜੀ ਨੇ ਕਿਹਾ ਕਿ ਬਾਬਾ ਸ਼੍ਰੀ ਚੰਦ ਜੀ ਦੇ ਸੁੰਦਰ ਮੁਖ ਤੋਂ ਕਥਾ ਸੁਣ ਕੇ ਆਪਣਾ ਜੀਵਨ ਪਵਿੱਤਰ ਕਰੋ। ਬਾਬਾ ਸ਼੍ਰੀ ਚੰਦ ਜੀ ਨੇ ਸੰਗਤਾਂ ਵੱਲ ਤੱਕਿਆ ਅਤੇ ਪ੍ਰੇਮ ਨਾਲ ਉਚਾਰਨ ਕਰਨ ਲੱਗੇ ਤੇ ਕਹਿਣ ਲੱਗੇ, ਭਗਤ ਜਨੋ, ਆਪ ਪ੍ਰਭੂ ਦੀ ਮਹਿਮਾ ਨੂੰ ਨਹੀਂ ਜਾਣਦੇ। ਉਹ ਦਾਤਾਰ ਹਰ ਜਗ੍ਹਾ ਤੇ ਮੌਜੂਦ ਹਨ। ਜਦ ਵੀ ਪ੍ਰਭੂ ਦੇ ਭਗਤ ਉੱਤੇ ਕੋਈ ਸੰਕਟ ਆਉਂਦਾ ਹੈ ਤਾਂ ਪ੍ਰਭੂ ਉਸ ਦੀ ਰੱਖਿਆ ਕਰਨ ਵਿੱਚ ਇੱਕ ਛਣ ਭਰ ਦੀ ਦੇਰ ਨਹੀਂ ਕਰਦੇ। ਉਹਨਾਂ ਨੇ ਕਥਾ ਸੁਣਾਈ ਕਿ ਇੱਕ ਸ਼ਹਿਰ ਵਿੱਚ ਇੱਕ ਭਗਵਾਨ ਦਾ ਮੰਦਰ ਸੀ। ਉਸ ਮੰਦਰ ਦਾ ਪੁਜਾਰੀ ਬਹੁਤ ਜ਼ਿਆਦਾ ਬੁੱਢਾ ਸੀ। ਉਹ ਪੁਜਾਰੀ ਬੜੀ ਹੀ ਨੇਕ ਨੀਅਤ ਨਾਲ ਭਗਵਾਨ ਦੀ ਸੇਵਾ ਕਰਦਾ ਹੁੰਦਾ ਸੀ। ਉਸ ਮੰਦਰ ਵਿੱਚ ਹਰ ਰੋਜ਼ ਉਸ ਰਾਜ ਦਾ ਰਾਜਾ ਭਗਵਾਨ ਦੇ ਦਰਸ਼ਨ ਕਰਨ ਆਉਂਦਾ ਸੀ। ਜਦੋਂ ਵੀ ਰਾਜਾ ਭਗਵਾਨ ਦੇ ਦਰਸ਼ਨ ਕਰਨ ਆਉਂਦਾ ਤਾਂ ਪੰਡਤ ਮੂਰਤੀ ਦੀ ਮਾਲਾ ਉਤਾਰ ਕੇ ਰਾਜੇ ਦੇ ਗਲ ਵਿੱਚ ਪਾਇਆ ਕਰਦਾ ਸੀ। ਇੱਕ ਦਿਨ ਰਾਜਾ ਦੇਰ ਨਾਲ ਆਇਆ ਤਾਂ ਪੰਡਤ ਜੀ ਨੇ ਸੋਚਿਆ ਕਿ ਅੱਜ ਰਾਜਾ ਨਹੀਂ ਆਏਗਾ ਤਾਂ ਉਸ ਨੇ ਮੂਰਤੀ ਨੂੰ ਆਸਣ ਤੇ ਬਿਰਾਜਮਾਨ ਕਰ ਦਿੱਤਾ ਤੇ ਮੂਰਤੀ ਦੇ ਗਲ ਵਿੱਚ ਜੋ ਮਾਲਾ ਪਾਈ ਹੋਈ ਸੀ ਉਹ ਆਪਣੇ ਗਲ ਪਾ ਲਈ। ਇਹ ਮਾਲਾ ਹਰ ਰੋਜ਼ ਉਹ ਰਾਜੇ ਦੇ ਗਲ ਵਿੱਚ ਪਾਇਆ ਕਰਦਾ ਸੀ। ਪੰਡਤ ਜੀ ਨੇ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਘਰ ਵੱਲ ਤੁਰ ਪਿਆ। ਜਦੋਂ ਰਸਤੇ ਵਿੱਚ ਪਹੁੰਚਿਆ ਤਾਂ ਪੰਡਤ ਜੀ ਨੇ ਰਾਜੇ ਦੇ ਰੱਥ ਦੀ ਆਵਾਜ਼ ਸੁਣੀ ਅਤੇ ਉਹ ਘਬਰਾ ਗਿਆ। ਉਹ ਜਲਦੀ ਵਿੱਚ ਦੁਬਾਰਾ ਮੰਦਰ ਪਹੁੰਚ ਗਿਆ। ਉਸਨੇ ਸੋਚਿਆ ਕਿ ਰਾਜਾ ਉਸਨੂੰ ਜ਼ਰੂਰ ਦੰਡ ਦੇ ਸਕਦੇ ਹਨ ਤਾਂ ਪੁਜਾਰੀ ਜਲਦੀ ਮੂਰਤੀ ਕੋਲ ਪਹੁੰਚਿਆ ਅਤੇ ਉਸਨੇ ਆਪਣੇ ਗਲ ਵਿੱਚ ਪਾਈ ਮਾਲਾ ਜਲਦੀ ਉਤਾਰ ਕੇ ਮੂਰਤੀ ਦੇ ਗਲ ਵਿੱਚ ਪਾ ਦਿੱਤੀ। ਉਸਨੇ ਜਲਦੀ ਮਾਲਾ ਗਲ ਵਿੱਚ ਪਾਈ ਤਾਂ ਉਸ ਦੀ ਚਿੱਟੀ ਦਾੜੀ ਦਾ ਵਾਲ ਮੂਰਤੀ ਦੇ ਗਲ ਵਿੱਚ ਜੋ ਮਾਲਾ ਪਾਈ ਸੀ ਉਸ ਮਾਲਾ ਵਿੱਚ ਲੱਗਾ ਰਹਿ ਗਿਆ। ਪੰਡਤ ਜੀ ਨੇ ਰਾਜੇ ਦੇ ਆਉਣ ਦੀ ਆਵਾਜ਼ ਸੁਣੀ ਤਾਂ ਪੰਡਤ ਨੇ ਮੰਦਰ ਦਾ ਦਰਵਾਜ਼ਾ ਖੋਲ੍ਹਿਆ। ਰਾਜਾ ਜੀ ਅੰਦਰ ਆ ਗਏ, ਮੂਰਤੀ ਨੂੰ ਪ੍ਰਣਾਮ ਕੀਤਾ ਤਾਂ ਪੰਡਤ ਜੀ ਨੇ ਰਾਜੇ ਨੂੰ ਆਸ਼ੀਰਵਾਦ ਦਿੱਤਾ। ਰਾਜੇ ਨੇ ਪੰਡਤ ਨੂੰ ਨਮਸਕਾਰ ਕੀਤੀ ਅਤੇ ਪੰਡਤ ਜੀ ਕੋ ਆਸ਼ੀਰਵਾਦ ਲਿਆ। ਪੰਡਤ ਜੀ ਨੇ ਮਾਲਾ ਉਤਾਰ ਕੇ ਰਾਜੇ ਦੇ ਗਲ ਵਿੱਚ ਪਾ ਦਿੱਤੀ। ਜਦੋਂ ਰਾਜੇ ਨੇ ਆਪਣੇ ਗਲ ਵਿੱਚ ਮਾਲਾ ਦੇਖੀ ਤਾਂ ਉਸ ਵਿੱਚ ਇੱਕ ਚਿੱਟਾ ਵਾਲ ਲੱਗਾ ਹੋਇਆ ਸੀ।
ਰਾਜਾ ਸਮਝ ਗਿਆ ਕਿ ਇਹ ਵਾਲ ਜ਼ਰੂਰ ਪੁਜਾਰੀ ਦਾ ਹੈ। ਪੁਜਾਰੀ ਨੇ ਜ਼ਰੂਰ ਆਪਣੇ ਗਲ ਵਿੱਚ ਮਾਲਾ ਪਾਈ ਹੋਵੇਗੀ। ਰਾਜਾ ਸਮਝ ਗਿਆ। ਤਦ ਰਾਜਾ ਪੰਡਤ ਜੀ ਨੂੰ ਕਹਿਣ ਲੱਗਾ ਕਿ ਪੰਡਤ ਜੀ, ਭਗਵਾਨ ਬੁੱਢੇ ਹੋ ਗਏ ਹਨ, ਉਹਨਾਂ ਨੂੰ ਧੋਲੇ ਆ ਗਏ ਹਨ। ਤਾਂ ਪੰਡਤ ਜੀ ਕਹਿਣ ਲੱਗੇ, ਹਾਂ ਸੁਆਮੀ ਜੀ, ਭਗਵਾਨ ਜੀ ਬੁੱਢੇ ਹੋ ਗਏ ਹਨ। ਤਾਂ ਰਾਜਾ ਕਹਿਣ ਲੱਗਾ, ਚੰਗਾ, ਸਵੇਰ ਹੋਵੇਗੀ ਤਾਂ ਇਸ ਗੱਲ ਦੀ ਤਸੱਲੀ ਕਰਾਂਗਾ। ਇਹ ਕਹਿ ਕੇ ਰਾਜਾ ਵਾਪਸ ਚਲਿਆ ਗਿਆ। ਮਗਰ ਪੰਡਤ ਜੀ ਨੂੰ ਆਪਣੀ ਭੁੱਲ ਚੇਤੇ ਆਉਣ ਕਰਕੇ ਫਿਕਰ ਹੋਣ ਲੱਗ ਪਈ। ਉਸ ਨੂੰ ਡਰ ਸੀ ਕਿ ਰਾਜਾ ਉਸ ਨੂੰ ਨਹੀਂ ਬਖਸ਼ੇਗਾ। ਪੰਡਤ ਜੀ ਨੂੰ ਸਾਰੀ ਰਾਤ ਨੀਂਦ ਨਾ ਆਈ। ਪੰਡਤ ਨੂੰ ਬਹੁਤ ਜ਼ਿਆਦਾ ਫਿਕਰ ਸਤਾ ਰਿਹਾ ਸੀ। ਉਸ ਨੇ ਭਗਵਾਨ ਅੱਗੇ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਭਗਵਾਨ ਜੀ ਅੱਗੇ ਤਰਲੇ ਪਾਉਣੇ ਸ਼ੁਰੂ ਕਰ ਦਿੱਤੇ। ਭਗਵਾਨ ਜੀ ਨੇ ਉਸ ਪੰਡਤ ਦੀ ਅਰਦਾਸ ਕਬੂਲ ਕੀਤੀ। ਜਦੋਂ ਦਿਨ ਹੋਇਆ ਤਾਂ ਪੰਡਤ ਨੇ ਮੂਰਤੀ ਨੂੰ ਇਸ਼ਨਾਨ ਕਰਵਾਇਆ। ਪੂਜਾ ਕਰਨ ਬੈਠ ਗਏ। ਪੰਡਤ ਜੀ ਨੇ ਮੂਰਤੀ ਨੂੰ ਚੰਗੇ ਵਸਤਰ ਪਵਾਏ, ਇਸ਼ਨਾਨ ਕਰਵਾਇਆ ਅਤੇ ਪੰਡਤ ਜੀ ਨੇ ਮੂਰਤੀ ਦੀ ਆਰਤੀ ਸ਼ੁਰੂ ਕੀਤੀ ਅਤੇ ਪੰਡਤ ਜੀ ਨੇ ਸੱਚੇ ਮਨ ਨਾਲ ਮੂਰਤੀ ਦੀ ਆਰਤੀ ਕੀਤੀ। ਇੰਨੇ ਨੂੰ ਰਾਜਾ ਵੀ ਉੱਥੇ ਆ ਗਿਆ। ਜਦੋਂ ਰਾਜਾ ਅੰਦਰ ਆਇਆ ਤਾਂ ਉਸਨੇ ਦੇਖਿਆ ਕਿ ਮੂਰਤੀ ਨੂੰ ਵਾਲ ਉੱਗੇ ਹੋਏ ਹਨ। ਉਸ ਦੇ ਸਿਰ ਉੱਤੇ, ਮੂੰਹ ਉੱਤੇ ਚਿੱਟੇ ਵਾਲ ਉੱਗੇ ਹੋਏ ਹਨ। ਪੰਡਤ ਵੀ ਇਹ ਕਰਾਮਾਤ ਦੇਖ ਕੇ ਹੈਰਾਨ ਸੀ ਅਤੇ ਉਸ ਨੂੰ ਭਗਵਾਨ ਉੱਤੇ ਬਹੁਤ ਜ਼ਿਆਦਾ ਵਿਸ਼ਵਾਸ ਹੋ ਗਿਆ ਅਤੇ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਜਦੋਂ ਰਾਜੇ ਨੇ ਇਹ ਕੌਤਕ ਦੇਖਿਆ ਤਾਂ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕਿਵੇਂ ਹੋ ਸਕਦਾ ਹੈ। ਰਾਜੇ ਨੇ ਸੋਚਿਆ ਕਿ ਪੱਥਰ ਦੀ ਮੂਰਤੀ ਨੂੰ ਕਿਵੇਂ ਵਾਲ ਆ ਸਕਦੇ ਹਨ। ਰਾਜੇ ਨੇ ਸਮਝਿਆ ਕਿ ਮੂਰਤੀ ਨੂੰ ਜ਼ਰੂਰ ਨਕਲੀ ਵਾਲ ਲਗਾਏ ਹੋਏ ਹਨ। ਰਾਜੇ ਨੇ ਨਕਲੀ ਵਾਲ ਸਮਝ ਕੇ ਮੂਰਤੀ ਦੇ ਵਾਲ ਖਿੱਚੇ। ਮੂਰਤੀ ਨੇ ਨੱਕ ਉੱਪਰ ਨੂੰ ਕੀਤਾ। ਜਦ ਰਾਜਾ ਪਰੇਸ਼ਾਨ ਹੋਇਆ ਤਾਂ ਉਸਨੇ ਇੱਕ ਵਾਲ ਜ਼ੋਰ ਨਾਲ ਖਿੱਚਿਆ। ਜਿਸ ਜਗ੍ਹਾ ਤੋਂ ਮੂਰਤੀ ਤੋਂ ਵਾਲ ਖਿੱਚਿਆ, ਲਹੂ ਦੀ ਧਾਰ ਰਾਜੇ ਦੇ ਮੂੰਹ ਉੱਪਰ ਆ ਪਈ। ਰਾਜਾ ਧਰਤੀ ਉੱਤੇ ਡਿੱਗ ਪਿਆ। ਇਸ ਉਪਰੰਤ ਕੁਝ ਸਮੇਂ ਬਾਅਦ ਰਾਜਾ ਨੂੰ ਹੋਸ਼ ਆਈ ਤਾਂ ਉਹਨੇ ਭਗਵਾਨ ਕੋਲੋਂ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ। ਪੰਡਤ ਜੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਕਿਉਂਕਿ ਕਿਸ ਤਰ੍ਹਾਂ ਭਗਵਾਨ ਨੇ ਆਪਣੇ ਭਗਤ ਦੀ ਲਾਜ ਰੱਖੀ ਸੀ। ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਬੋਲੇ, ਹੇ ਭਗਤ ਜਨੋ, ਪ੍ਰਭੂ ਆਪਣੇ ਦਿਆਲੂ ਭਗਤ ਦੀ ਬਹੁਤ ਜ਼ਿਆਦਾ ਸਹਾਇਤਾ ਕਰਦੇ ਹਨ। ਪ੍ਰਭੂ ਆਪਣੇ ਭਗਤਾਂ ਦੀ ਸਦਾ ਪੈਜ ਰੱਖਦੇ ਹਨ। ਜੋ ਸੱਚੇ ਪ੍ਰੇਮ ਨਾਲ ਪ੍ਰਭੂ ਦੀ ਭਗਤੀ ਕਰਦੇ ਹਨ, ਪਰਮਾਤਮਾ ਉਸ ਦੀ ਸਹਾਇਤਾ ਜ਼ਰੂਰ ਕਰਨ ਆਉਂਦੇ ਹਨ। ਇਸੇ ਤਰ੍ਹਾਂ ਆਪ ਵੀ ਪ੍ਰਭੂ ਦੀ ਭਗਤੀ ਲਗਨ ਨਾਲ ਕਰੋ। ਪ੍ਰੇਮ ਸਹਿਤ ਤੁਹਾਡੀ ਰੱਖਿਆ ਕਰਨਗੇ। ਭਗਵਾਨ ਹਰ ਸਮੇਂ ਆਪਣੇ ਭਗਤ ਦੀ ਰੱਖਿਆ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ। ਜੈ ਹੋ।